Hello, dear students. I hope you fit and fine. I will explain show Punjabi पाठ पुस्तक काव्य कथा संवेदना 10th class lesson number 7 ਰੱਬ ਤੇ ਰੁੱਤਾਂ ਜੋ ਕਿ ਡਾਕਟਰ ਦਲੀਪ ਕੌਰ ਟਿਵਾਣਾ ਦੀ ਲਿਖੀ ਹੋਈ ਹੈ। ਅੱਜ ਅਸੀਂ ਇਸ ਲੈਸਨ ਰੱਬ ਤੇ ਰੁੱਤਾਂ ਬਾਰੇ ਪੜਾਂਗੇ ਅਤੇ ਇਸ ਕਹਾਣੀ ਨੂੰ ਸਮਝਾਂਗੇ। ਸੀ ਕਹਿੰਦੇ ਰੱਬ ਜੋ ਸਵਰਗ ਵਿੱਚ ਰਹਿੰਦਾ ਸੀ, ਕਹਿੰਦੇ ਸ੍ਰਿਸ਼ਟੀ ਦੀ ਰਚਨਾ ਬਾਰੇ ਸੋਚ ਰਿਹਾ ਸੀ। ਉਸਦੇ ਦਿਲ ਵਿੱਚ ਅਜੀਬੋ ਕਰੀਬ ਕੀ ਸੀ ਸਵਾਲ ਪੈਦਾ ਹੋ ਰਹੇ ਸਨ। ਕਹਿੰਦੇ ਨਦੀ ਪਰ ਜੋਬਨ ਵਿੱਚ ਵਹਿ ਰਹੀ ਸੀ, ਜ਼ਰੂਰ ਪਹਾੜਾਂ ਵਿੱਚ ਮੀਂਹ ਪਿਆ ਹੋਣਾ ਹੈ। ਫੁੱਲਾਂ ਪੌਦਿਆਂ ਦੀਆਂ ਟਿੱਸੀਆਂ ਉੱਤੇ ਬੈਠੇ ਖੰਭ ਫੜਕਾ ਰਹੇ ਸਨ, ਜਿਵੇਂ ਉਹ ਉੱਡ ਕੇ ਨਦੀ ਤੋਂ ਪਾਰ ਆਪਣੇ ਮਿੱਤਰ ਪਿਆਰਿਆਂ ਨੂੰ ਮਿਲਣ ਜਾਣਾ ਹੋਵੇ। ਪੰਛੀ ਗਰਦਨਾਂ ਮਟਕਾ ਉਹਨਾਂ ਨੂੰ ਕੁਝ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਬੱਦਲ ਘੋਰਿਆ, ਰੱਬ ਦੀ ਇਕਾਗਰਤਾ ਭੰਗ ਹੋ ਗਈ। ਉਸਨੇ ਖਿੱਝ ਕੇ ਸਾਰੀਆਂ ਹੀ ਰੁੱਤਾਂ ਨੂੰ ਹੇਠਾਂ ਭੇਜ ਦਿੱਤਾ ਤੇ ਕਿਹਾ, ਬਾਰੋ ਬਾਰੀ ਸਿਰਜੀ ਜਾ ਰਹੀ ਸ੍ਰਿਸ਼ਟੀ ਉੱਤੇ ਕੀ ਕਿਉ ਪੈਰਾ ਦਿਓ। ਠੀਕ ਹੈ, ਪਰਮਾਤਮਾ ਆਪਣੇ ਸੋਚ ਵਿਚਾਰ ਸੀ, ਸ੍ਰਿਸ਼ਟੀ ਦੀ ਰਚਨਾ ਬਾਰੇ ਸੋਚ ਰਿਹਾ ਸੀ। ਇੰਨੇ ਨੂੰ ਕੀ ਆ, ਉਸਦੇ ਰੰਗ ਵਿੱਚ ਭੰਗ ਪੈਦਾ ਹੋ ਗਈ। ਉਸਨੇ ਕੀ ਕੀਤਾ, ਪਰਮਾਤਮਾ ਨੇ ਖਿੱਚ ਕੇ ਰੁੱਤਾਂ ਨੂੰ ਕਿਹਾ ਕਿ ਤੁਸੀਂ ਹੁਣ ਧਰਤੀ ਤੇ ਜਾਓ ਅਤੇ ਬਾਰੋ ਬਾਰੀ ਕੀ ਕਰੋ, ਆਪਣਾ ਕਾਰਜ ਕਰੋ। ਹੁਕਮ ਦੀਆਂ ਬੰਨੀਆਂ ਰੁੱਤਾਂ ਇਸ ਸ੍ਰਿਸ਼ਟੀ ਉੱਤੇ ਆ ਪਹੁੰਚੀਆਂ। ਮਾਣ ਮੱਤੀਆਂ ਰੁੱਤਾਂ ਇੱਥੋਂ ਦੇ ਬੰਦਿਆਂ ਨਾਲ ਮਸ਼ਕਰੀਆਂ ਕਰਦੀਆਂ ਰਹਿੰਦੀਆਂ। ਲੋਕ ਇਹਨਾਂ ਤੋਂ ਬਚਣ ਦੇ ਉਪਰਾਲਿਆਂ ਵਿੱਚ ਲੱਗੇ। ਘੋਲਾਂ, ਕੰਦਰਾਂ, ਛੱਪਰੀਆਂ, ਕੋਠੀਆਂ ਤੋਂ ਘਰਾਂ ਬੰਗਲਿਆਂ ਵਿੱਚ ਆ ਪਹੁੰਚੇ। ਕਿਸੇ ਰੁੱਤ ਮੀਂਹ ਪੈਂਦਾ, ਦਰਿਆਵਾਂ ਵਿੱਚ ਹੜ੍ਹ ਆਉਂਦੇ, ਪਿੰਡ ਦੇ ਪਿੰਡ ਰੁੜ ਜਾਂਦੇ। ਰੁੱਤਾਂ ਲਈ ਇਹ ਵੀ ਇੱਕ ਸ਼ੁਗਲ ਹੀ ਸੀ, ਪਰ ਹੁਣ ਇਹਨਾਂ ਲੋਕਾਂ ਦਾ ਰੇਡੂਆ ਪਹਿਲਾਂ ਹੀ ਦੱਸ ਦਿੰਦਾ ਕਿ ਕਦ ਮੀਂਹ ਪਵੇਗਾ ਅਤੇ ਦਰਿਆਵਾਂ ਨੂੰ ਬੰਨ੍ਹ ਮਾਰ ਕੇ ਇਹ ਲੋਕ ਕੈਦੀਆਂ ਵਾਂਗ ਮਨਮਰਜ਼ੀ ਦੇ ਪਾਸੇ ਭੇਜਣ ਲੱਗ ਪਏ। ਕਹਿੰਦੇ ਜੋ ਰੁੱਤਾਂ ਨੇ ਹੁਣ ਧਰਤੀ ਤੇ ਪਹੁੰਚ ਗਈਆਂ, ਕਹਿੰਦੇ ਉਹ ਇਨਸਾਨ ਨਾਲ ਕੀ ਆ, ਹਾਸਾ ਮਖੌਲ ਕਰਦੀਆਂ ਰਹਿੰਦੀਆਂ। ਕਹਿੰਦੇ ਵੱਧ ਤੋਂ ਵੱਧ ਜਿਵੇਂ ਮੀਂਹ ਆਉਂਦੇ, ਦਰਿਆਵਾਂ ਵਿੱਚ ਹੜ੍ਹ ਆ ਜਾਂਦੇ, ਪਿੰਡਾਂ ਦੇ ਪਿੰਡ ਰੁੜ ਜਾਂਦੇ। ਪਰੰਤੂ ਕਹਿੰਦੇ ਨਵੀਂ ਖੋਜ ਕਾਰਨ ਹੁਣ ਜਿਹੜਾ ਸੰਸਾਰ ਦੇ ਲੋਕ ਨੇ ਇੰਨੇ ਜ਼ਿਆਦਾ ਜਾਗਰੂਕ ਹੋ ਗਏ ਨੇ। ਕਹਿੰਦੇ ਉਹ ਰੇਡੀਓ ਦੀ ਸਹਾਇਤਾ ਨਾਲ ਪਹਿਲਾਂ ਹੀ ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਕਿ ਕਿੱਥੇ ਮੀਂਹ ਆਉਣਾ, ਕਿੱਥੇ ਹੜ੍ਹ ਆਉਣਾ ਜਾਂ ਨਹੀਂ ਆਉਣਾ। ਠੀਕ ਹੈ, ਅੱਗੇ ਕਦੀ ਜੀ ਸ਼ਰਾਰਤਾਂ ਨਾਲ ਹਵਾ ਸਾਹ ਰੋਕ ਕੇ ਖੜੋ ਜਾਂਦੀ ਤਾਂ ਲੋਕ ਆਖਦੇ ਕਿ ਪਾਪੀ ਪੈਰੇ ਤੇ ਬੈਠਾ ਏ ਤੇ ਤਰਲੋ ਮੱਛੀ ਹੁੰਦੇ ਪੈਰਾ ਬਦਲ ਜਾਣ ਨੂੰ ਉਡੀਕਦੇ। ਪਰ ਹੁਣ ਬਿਜਲੀ ਦੇ ਪੱਖੇ ਹਵਾ ਨੂੰ ਬਿਨਾਂ ਪੁੱਛਿਆਂ ਹੀ ਵਗਦੇ ਰਹਿੰਦੇ ਸੀ। ਕਹਿੰਦੇ ਜੇ ਹਵਾ ਰੁਕ ਜਾਂਦੀ ਸੀ ਤਾਂ ਲੋਕ ਵੇਟ ਕਰਦੇ ਸੀ ਵੀ ਹਵਾ ਕਦੋਂ ਚੱਲੇਗੀ। ਫਿਰ ਠੀਕ ਆ, ਲੋਕੀ ਘਰੋਂ ਤੋਂ ਬਾਹਰ ਹੀ ਰਹਿੰਦੇ ਹੁੰਦੇ ਸੀ, ਬਾਹਰ ਹੀ ਪੈਂਦੇ ਸੀ, ਉਦੋਂ ਪੱਖੇ ਵਗੈਰਾ ਨਹੀਂ ਸੀ। ਪਰ ਹੁਣ ਕਹਿੰਦੇ ਕੀ ਹੈ, ਬਿਜਲੀ ਦੀ ਕਾਢ ਦੇ ਕਾਰਨ ਕਹਿੰਦੇ ਪੱਖੇ ਕੀ ਨੇ, ਹਵਾ ਚੱਲਣ ਤੇ ਪੱਖੇ ਜਦੇ ਹੀ ਕੀ ਕਰਨ ਲੱਗ ਪੈਂਦੇ ਹਨ, ਚੱਲਣ ਲੱਗ ਪੈਂਦੇ ਹਨ, ਤਾਂ ਜੋ ਲੋਕਾਂ ਨੂੰ ਗਰਮੀ ਬਿਲਕੁਲ ਵੀ ਮਹਿਸੂਸ ਨਹੀਂ ਹੁੰਦੀ। ਕਹਿੰਦੇ ਅੱਗੇ ਕਦੇ ਮੀਂਹ ਨਾ ਪੈਂਦਾ ਤਾਂ ਬਨਸਪਤੀ ਸੁੱਕ ਸੜ ਜਾਂਦੀ ਸੀ। ਲੋਕ ਜਗ ਕਰਦੇ, ਹਵਨ ਕਰਦੇ, ਕਿੱਥੇ ਕਿਹੜਾ ਵਿਘਨ ਹੋ ਗਿਆ ਚਿਤਾਰਦੇ। ਪਰ ਹੁਣ ਲੋਕਾਂ ਨੇ ਟਿਊਬਵੈੱਲਾਂ ਲਾ ਲਏ ਹਨ ਤੇ ਮੀਂਹ ਦੀ ਵੀ ਪਰਵਾਹ ਕੀ ਨਹੀਂ ਕਰਦੇ। ਕਹਿੰਦੇ ਹੁਣ ਮੀਂਹ ਦੀ ਵੇਟ ਨਹੀਂ ਕਰਦੇ ਕਿਉਂਕਿ ਲੋਕਾਂ ਨੇ ਖੇਤਾਂ ਵਿੱਚ ਕੀ ਕਰ ਲਏ ਨੇ, ਟਿਊਬਵੈੱਲ ਲਗਾ ਲਏ ਹਨ। ਰੁੱਤਾਂ ਉਦਾਸ ਹੋ ਗਈਆਂ, ਉਹ ਰਲ ਕੇ ਰੱਬ ਕੋਲ ਗਈਆਂ। ਰਾਮ ਜੀ, ਧਰਤੀ ਉੱਤੇ ਸਾਡੀ ਕੋਈ ਲੋੜ ਨਹੀਂ, ਸਾਨੂੰ ਪਰਤ ਆਉਣ ਦੀ ਆਗਿਆ ਦਿਓ। ਉਹ ਕਹਿੰਦੇ ਵੀ ਸਾਡੀ ਤਾਂ ਧਰਤੀ ਤੇ ਕੋਈ ਲੋੜ ਹੀ ਨਹੀਂ ਹੈਗੀ, ਇਨਸਾਨ ਕੋਲ ਹਰ ਇੱਕ ਸਹੂਲਤ ਹੈ। ਕਹਿੰਦੇ ਵੀ ਅਸੀਂ ਧਰਤੀ ਨਹੀਂ ਰਹਿਣਾ, ਕੀ ਆ, ਸਾਨੂੰ ਆਪਣੇ ਕੋਲ ਬੁਲਾ ਲਓ। ਇਹ ਕਿਵੇਂ ਹੋ ਸਕਦਾ ਹੈ? ਰੱਬ ਨੇ ਹੈਰਾਨ ਹੋ ਕੇ ਪੁੱਛਿਆ। ਆਪ ਚੱਲ ਕੇ ਵੇਖ ਲਓ। ਬੇਸ਼ੱਕ ਰੁੱਤਾਂ ਨੇ ਅਰਜ਼ ਗੁਜ਼ਾਰੀ। ਰੱਬ ਇੱਕ ਨਿੱਕੀ ਜਿਹੀ ਚਿੜੀ ਬਣ ਕੇ ਧਰਤੀ ਉੱਤੇ ਰੁੱਤਾਂ ਦੀ ਸ਼ਿਕਾਇਤ ਬਾਰੇ ਜਾਂਚ ਪੜਤਾਲ ਕਰਨ ਆ ਗਿਆ। ਵੇਲਾ ਆਥਣ ਦਾ ਸੀ, ਰੁੱਤ ਬਹਾਰ ਦੀ ਸੀ। ਅਸਮਾਨ ਉੱਤੇ ਬੱਦਲ ਘਿਰ ਆਏ। ਮੋਰਾਂ ਨੇ ਖੰਭ ਖਿਲਾਰ ਕੇ ਝੂਮ ਝੂਮ ਕੇ ਨੱਚ ਨੱਚ ਕੇ ਬੱਦਲਾਂ ਨੂੰ ਧਰਤੀ ਉੱਤੇ ਆਉਣ ਲਈ ਕਿਹਾ। ਜੰਗਲੀ ਫੁੱਲ ਇੱਕ ਦੂਜੇ ਵੱਲ ਸੈਨਤਾਂ ਕਰ ਹੱਸ ਰਹੇ ਸਨ।
ਕਹਿੰਦੇ ਰੁੱਤਾਂ ਦੀ ਗੱਲ ਸੁਣ ਕੇ ਫਿਰ ਪ੍ਰਮਾਤਮਾ ਨੇ ਕੀ ਕੀਤਾ, ਰੱਬ ਨੇ ਕੀ ਕੀਤਾ, ਠੀਕ ਆ। ਕਹਿੰਦੇ ਉਹ ਇੱਕ ਚਿੜੀ ਦਾ ਰੂਪ ਧਾਰਨ ਕਰਕੇ ਕੀ ਕਰ ਆ ਗਏ, ਧਰਤੀ ਤੇ ਆ ਗਏ। ਕਹਿੰਦੇ ਨਿੱਕੇ ਨਿੱਕੇ ਪੰਛੀ ਫੁੱਲਾਂ ਤੇ ਪੱਤਿਆਂ ਤੇ ਪਪੀਹਾਂ ਦੇ ਗੀਤ ਹਵਾ ਦੀਆਂ ਕੰਨੀਆਂ ਨਾਲ ਬੰਨ ਆਪਣੇ ਮਿੱਤਰ ਪਿਆਰਿਆਂ ਵੱਲ ਭੇਜ ਰਹੇ ਸਨ। ਇਹ ਧਰਤੀ ਦੀ ਬੜੀ ਸੁਹਾਵਣੀ ਥਾਂ ਹੈ। ਰੱਬ ਨੇ ਬਹਾਰ ਨੂੰ ਆਖਿਆ, ਇੰਨੇ ਨੂੰ ਇੱਕ ਸ਼ਹਿਰ ਆ ਗਿਆ। ਇੱਕ ਬੜੀ ਭੀੜ ਸੀ, ਬੜਾ ਰੌਲਾ ਸੀ। ਹਰ ਕੋਈ ਹੀ ਜਿਵੇਂ ਗਵਾਚਿਆ ਹੋਇਆ ਹੋਵੇ। ਸਾਰੇ ਲੋਕ ਹੀ ਜਿਵੇਂ ਅਸਮਾਨ ਤੋਂ ਡਿੱਗੇ ਹੋਣ। ਕਿਸੇ ਦਾ ਕੋਈ ਕੁਝ ਲੱਗਦਾ ਹੀ ਨਹੀਂ ਸੀ, ਕਿਸੇ ਦਾ ਕੋਈ ਜਾਣੂ ਹੀ ਨਹੀਂ ਸੀ। ਇੱਥੋਂ ਤੱਕ ਕਿ ਕਿਸੇ ਦਾ ਕੋਈ ਗਿਰਾਈ ਵੀ ਪ੍ਰਤੀਤ ਨਹੀਂ ਸੀ ਹੁੰਦਾ। ਕਹਿੰਦੇ ਲੋਕੀ ਆਪਣੇ ਆਪਣੇ ਕੰਮਾਂ ਕਾਰਾਂ ਵਿੱਚ ਇੰਨੇ ਜ਼ਿਆਦਾ ਬਿਜੀ ਸੀ ਕਿ ਉਹਨਾਂ ਨੂੰ ਲੱਗਦਾ ਹੀ ਨਹੀਂ ਸੀ ਵੀ ਅਸੀਂ ਇੱਕ ਦੂਜੇ ਲਈ ਕੁਝ ਹੈ ਜਾਂ ਸਾਡੇ ਇੱਕ ਦੂਜੇ ਕੋਲ ਸਾਡੇ ਲਈ ਟਾਈਮ ਹੈ। ਚਿੜੀ ਬਣੇ ਹੋਏ ਰੱਬ ਨੇ ਵੇਖਿਆ ਕਿ ਲੋਕ ਘੜੀ ਨੂੰ ਬਾਰੀ-ਬਾਰੀ ਵੇਖਦੇ ਹਨ। ਕਿਸ ਲਈ? ਉਸਨੇ ਬਹਾਰ ਨੂੰ ਪੁੱਛਿਆ। ਰੱਬ ਨੇ ਫਿਰ ਪੁੱਛਿਆ ਵੀ ਇਹ ਘੜੀ ਨੂੰ ਬਾਰ-ਬਾਰ ਕਿਉਂ ਦੇਖਦੇ ਨੇ, ਠੀਕ ਹੈ। ਚਿੜੀਆਂ ਨੇ ਚਿੜੀ ਲੈ ਲਓ, ਰੰਗ ਬਰੰਗੀਆਂ ਚਿੜੀਆਂ। ਪਿੰਜਰੇ ਵਿੱਚ ਕਿੰਨੀਆਂ ਸਾਰੀਆਂ ਚਿੜੀਆਂ। ਤਾੜੀ ਨਿੱਕੇ ਨਿੱਕੇ ਪਿੰਜਰਿਆਂ ਦਾ ਬੱਥਾ ਮੋਢੇ ਸੁੱਟੀ ਇੱਕ ਭਾਰੀ ਹੋਕਾ ਦੇ ਰਿਹਾ ਸੀ। ਕਹਿੰਦੇ ਫਿਰ ਇੱਕ ਚਿੜੀਆਂ ਵੇਚਣ ਵਾਲਾ ਕੀ ਕਰ ਰਿਹਾ ਸੀ? ਚਿੜੀਆਂ ਵੇਚਣ ਦਾ ਹੋਕਾ ਦੇ ਰਿਹਾ ਸੀ। ਚਿੜੀ ਬਣੇ ਰੱਬ ਨੇ ਵੇਖਿਆ ਤੇ ਉਹ ਘਬਰਾ ਗਿਆ। ਉਹ ਛੇਤੀ ਦੇ ਕੇ ਉੱਡ ਕੇ ਉਹ ਇੱਕ ਮੰਦਿਰ ਵਿੱਚ ਜਾ ਵੜਿਆ। ਤਾਜ਼ੇ ਮੋਤੀਆਂ ਦੇ ਹਾਰ ਦੋ ਆਨੇ। ਮੰਦਿਰ ਵਿੱਚ ਬਾਹਰ ਨੰਗੇ ਪੈਰੀ ਪਾਟੇ ਹੋਏ ਝੱਗੇ ਵਾਲਾ ਇੱਕ ਮੁੰਡਾ ਹਾਰ ਵੇਚ ਰਿਹਾ ਸੀ। ਕਹਿੰਦੇ ਰੱਬ ਥੋੜਾ ਘਬਰਾ ਗਿਆ ਕਿ ਲੋਕੀ ਇੰਨੇ ਸਵਾਰਥੀ ਨੇ ਕਿ ਇੱਕ ਆਜ਼ਾਦ ਪੰਛੀ ਨੂੰ ਕੈਦ ਕਰਕੇ ਉਹਨਾਂ ਨੂੰ ਵੇਚਦੇ ਹਨ। ਜਿਵੇਂ ਇੱਕ ਬੱਚਾ ਹਾਰ ਵੇਚ ਰਿਹਾ ਸੀ, ਠੀਕ ਹੈ। ਮੰਦਿਰ ਦੇ ਵਿੱਚ ਨੰਗੇ ਪੈਰੀ ਖੜਾ ਸੀ ਉਹ। ਲੈ ਫੜ ਡੂਡ ਆਨਾ ਦੇ ਹਾਰ। ਆਪਣਾ ਢਿੱਡ ਮਸਾਂ ਸੰਭਾਲੀ ਆ ਰਹੇ ਇੱਕ ਤਿਲਕਧਾਰੀ ਲਾਲੇ ਨੇ ਪੈਸੇ ਮੁੰਡੇ ਦੇ ਹੱਥ ਵਿੱਚ ਦਿੰਦਿਆਂ ਕਿਹਾ। ਮੁੰਡਾ ਜੱਕੋ ਤੱਕੋ ਵਿੱਚ ਪੈ ਗਿਆ, ਜਿਵੇਂ ਉਸਨੇ ਪਹਿਲਾਂ ਹੀ ਬੜਾ ਘੱਟ ਮੁੱਲ ਦੱਸਿਆ ਸੀ। ਇਹ ਛੱਡ ਪਰੇ, ਇਹ ਵੀ ਕਿਹੜਾ ਕੋਈ ਖਾਣ ਦੀ ਚੀਜ਼ ਹੈ। ਹੋਰ 2 ਘੰਟੇ ਨੂੰ ਇਹਨਾਂ ਉਵੇਂ ਬਏ ਹੋ ਜਾਣਾ ਹੈ। ਲਾਲਾ ਜੀ ਨੇ ਸਿਆਣੀ ਦਲੀਲ ਦਿੱਤੀ। ਗੱਲ ਮੁੰਡੇ ਨੂੰ ਸਮਝ ਆ ਗਈ। ਉਸਨੇ ਬੇਬਸ ਜਿਹਾ ਹੋ ਕੇ 1.5 ਆਨੇ ਨੂੰ ਹੀ ਹਾਰ ਕੀ ਕਰ ਦਿੱਤੇ, ਉਸਨੂੰ ਦੇ ਦਿੱਤੇ। ਉਹ ਵਿਚਾਰਾ ਇੰਨਾ ਗਰੀਬ ਸੀ, ਉਹ ਲਾਲਾ ਇੰਨਾ ਅਮੀਰ ਸੀ, ਤੇ ਪਰ ਉਹਨੇ ਫਿਰ ਵੀ ਪੈਸਿਆਂ ਦਾ ਮੁੱਲ ਘੱਟ ਕੀਤਾ। ਤੇ ਉਸ ਬੱਚੇ ਨੇ ਕੀ ਕੀਤਾ, ਉਹਨੂੰ ਪੈਸੇ ਦੀ ਲੋੜ ਸੀ, ਤਾਂ ਕਰਕੇ ਉਸਨੇ ਉਹ ਹਾਰ ਉਸ ਤੋਂ ਘੱਟ ਪੈਸਿਆਂ ਦੀ ਵੀ ਲੈ ਲਏ। ਲਾਲਾ ਜੀ ਮੰਦਿਰ ਵਿੱਚ ਆ ਪਹੁੰਚੇ। ਦੇਵੀ ਦੀ ਪੱਥਰ ਦੀ ਮੂਰਤੀ ਦੇ ਸਾਹਮਣੇ ਖੜੇ ਹੋ ਕੇ ਅੱਖਾਂ ਮੀਚ ਕੇ ਅੰਤਰ ਧਿਆਨ ਹੋ ਕੇ ਉਸ ਨਾਲ ਲੈਣ ਦੇਣ ਦੀ ਗੱਲ ਕੀਤੀ ਅਤੇ ਫਿਰ ਨਮਸਕਾਰ ਕਰਕੇ ਜਿਉਂਦੇ ਫੁੱਲਾਂ ਦਾ ਹਾਰ ਉਹਨਾਂ ਦੇ ਚਰਨਾਂ ਵਿੱਚ ਕੀ ਕੀਤਾ, ਵਗਾ ਮਾਰਿਆ। ਰੱਬ ਮੰਦਿਰ ਵਿੱਚੋਂ ਬਾਹਰ ਆ ਗਿਆ। ਇੱਕ ਔਰਤ ਆਪਣੇ ਬਾਲਾਂ ਵਿੱਚ ਬਹੁਤ ਸੋਹਣਾ ਫੁੱਲ ਲਾਈ ਜਾ ਰਹੀ ਸੀ। ਉਹ ਔਰਤ ਆਪ ਵੀ ਬੜੀ ਸੋਹਣੀ ਸੀ। ਰੱਬ ਦੀਆਂ ਅੱਖਾਂ ਵਿੱਚ ਚਮਕ ਆ ਗਈ। ਸਿਰ ਢੱਕ ਲਓ, ਜ਼ਮਾਨਾ ਮਾੜਾ ਹੈ। ਔਰਤ ਨੂੰ ਮਗਰ ਆ ਰਹੀ ਇੱਕ ਬੁੱਢੀ ਜੋ ਸ਼ਾਇਦ ਉਸ ਦੀ ਸੱਸ ਸੀ, ਉਸਨੇ ਕਿਹਾ। ਆਗਿਆਕਾਰੀ ਧੀਆਂ ਨੂੰਹਾਂ ਵਾਂਗ ਉਸ ਦੇ ਸਿਰ ਢੱਕ ਲਿਆ। ਰੱਬ ਉਸ ਫੁੱਲ ਬਾਰੇ ਸੋਚਣ ਲੱਗਿਆ ਜਿਸ ਦਾ ਜ਼ਰੂਰ ਪੱਲੇ ਹੇਠਾਂ ਸਾਹ ਕੁੱਟਿਆ ਹੋਵੇਗਾ। ਇੰਨੇ ਨੂੰ ਕਣੀਆਂ ਉੱਤਰ ਆਈਆਂ, ਆਵਾਜਾਈ ਤੇਜ਼ ਹੋ ਗਈ, ਬਰਸਾਤੀ ਛਤਰੀਆਂ ਚਮਕਣ ਲੱਗੀ। ਚਿੜੀ ਬਣਿਆ ਰੱਬ ਇੱਕ ਖੰਭੇ ਉੱਤੇ ਬੈਠਣ ਹੀ ਲੱਗਿਆ। ਉਸ ਨੂੰ ਕਰੰਟ ਦਾ ਅਜਿਹਾ ਝਟਕਾ ਲੱਗਿਆ, ਪਲ ਦੋ ਪਲ ਲਈ ਉਸ ਦੀ ਸੂਰਤ ਜਿਹੀ ਗੁੰਮ ਹੋ ਗਈ। ਕੱਚੀ ਜਿਹੀ ਹਾਸੀ ਹੱਸ ਕੇ ਉਹ ਇੱਕ ਘਰ ਦੀ ਛੱਤ ਉੱਤੇ ਬੈਠ ਗਿਆ। ਉਸ ਨੂੰ ਫਿਕਰ ਹੋ ਰਿਹਾ ਸੀ ਕਿ ਸ਼ਹਿਰ ਵਿੱਚ ਕਿਧਰੇ ਦਰਖਤ ਹੀ ਨਹੀਂ ਹਨ, ਪੰਛੀ ਕਿੱਥੇ ਬਹਿੰਦੇ ਹੋਣਗੇ, ਆਲਣੇ ਕਿੱਥੇ ਪਾਉਂਦੇ ਹੋਣਗੇ, ਰਾਤ ਨੂੰ ਕਿੱਥੇ ਸੌਂਦੇ ਹੋਣਗੇ। ਉਸ ਨੂੰ ਇਹ ਕਿਸੇ ਨੇ ਨਹੀਂ ਦੱਸਿਆ ਸੀ ਕਿ ਸ਼ਹਿਰ ਵਿੱਚ ਪੰਛੀ ਹੀ ਨਹੀਂ ਹਨ। ਔਰ ਰੱਬ ਹੈਰਾਨ ਸੀ ਕਿ ਜਿੱਦਾਂ ਲੋਕਾਂ ਦੇ ਘਰ ਰਹਿਣ ਲਈ ਘਰ ਹੁੰਦੇ ਨੇ, ਕਹਿੰਦੇ ਪੰਛੀਆਂ ਲਈ ਇਸ ਸ਼ਹਿਰ ਵਿੱਚ ਦਰਖਤ ਹੀ ਨਹੀਂ ਹੈਗੇ। ਚਿੜੀ ਬਣਿਆ ਰੱਬ ਹੈਰਾਨ ਹੋ ਕੇ ਵੇਖ ਰਿਹਾ ਸੀ। ਦੇਖ ਰਿਹਾ ਸੀ ਕਿ ਨਾ ਕਿਸੇ ਨੇ ਕਣੀਆਂ ਦੀ ਛੇੜਖਾਨੀ ਮਹਿਸੂਸ ਕੀਤੀ, ਨਾ ਕਿਸੇ ਦੀਆਂ ਅੱਖਾਂ ਵਿੱਚ ਬੱਦਲਾਂ ਤੇ ਪਰਛਾਵੇਂ ਨਚੇ, ਨਾ ਕੋਈ ਨੰਗੇ ਪੈਰੀ ਧਰਤੀ ਦੀ ਸੁਗੰਧ ਪੀਣ ਆਇਆ, ਨਾ ਕਿਸੇ ਨੇ ਬਾਲ ਖੋਲ ਕੇ ਡਿੱਗਦੇ ਮੋਤੀ ਬੁੱਝੇ। ਕਹਿੰਦੇ ਮੀਂਹ ਆ ਰਿਹਾ, ਬਟ ਮੀਂਹ ਦੇ ਮੌਸਮ ਨੂੰ ਕੋਈ ਇੰਜੋਏ ਨਹੀਂ ਕਰ ਰਿਹਾ, ਕੋਈ ਉਹਦੇ ਵਿੱਚ ਨਹਾ ਨਹੀਂ ਰਿਹਾ, ਕੋਈ ਮਿੱਟੀ ਦੀ ਖੁਸ਼ਬੂ ਨੂੰ ਮਹਿਸੂਸ ਨਹੀਂ ਕਰ ਰਿਹਾ। ਕਹਿੰਦੇ ਲੋਕ ਇੰਨੇ ਬਿਜ਼ੀ ਨੇ ਕਿ ਉਹਨਾਂ ਲਈ ਇਸ ਰੁੱਤਾਂ ਨੂੰ ਮਾਣਨ ਦਾ ਟਾਈਮ ਹੀ ਨਹੀਂ ਹੈਗਾ। ਹੁਣ ਰੱਬ ਬਹਾਰ ਦੇ ਮੂੰਹ ਵੱਲ ਤੱਕੜੋਂ ਝਿਜਕਦਾ ਸੀ। ਉਹ ਉਸ ਸ਼ਹਿਰ ਵੱਲ ਪਿੱਠ ਕਰਕੇ ਤੁਰ ਰਿਹਾ ਸੀ। ਹੁਣ ਸ਼ਹਿਰ ਪਿੱਛੇ ਰਹਿ ਗਿਆ ਸੀ। ਡਿੱਗੀ ਟੇਢੀ ਡੰਡੀ ਉੱਤੇ ਖੁੱਲੇ ਖੇਤਾਂ ਦੇ ਵਿਚਕਾਰ ਇੱਕ ਬੰਦਾ ਗਾਉਂਦਾ ਤੁਰਿਆ ਆ ਰਿਹਾ ਸੀ। ਮੈਨੇ ਤੁਮਕੋ ਨਾ ਮਿਲਨੇ ਕੀ ਕਸਮ ਖਾਈ ਹੈ। ਕਿਹਨੂੰ ਨਾ ਮਿਲਣ ਦੀ ਕਸਮ ਖਾਧੀ ਹੈ? ਇਸਨੇ ਚਿੜੀ ਬਣੇ ਰੱਬ ਨੇ ਬਹਾਰ ਨੂੰ ਪੁੱਛਿਆ। ਹੁਣ ਇੱਕ ਆਦਮੀ ਸੀ, ਕਹਿੰਦੇ ਉਹ ਬੱਟੋ ਬੱਟ ਕੀ ਕਰ ਰਿਹਾ ਸੀ, ਤੁਰਦਾ ਆ ਰਿਹਾ ਸੀ ਤੇ ਕੁਛ ਇਹ ਵਾਲੀ ਲਾਈਨਾਂ ਗਾਉਂਦਾ ਆ ਰਿਹਾ ਸੀ। ਉਸ ਨੂੰ ਜਿਹੜਾ ਬਹਾਰ ਦੇ ਮੌਸਮ ਵਿੱਚ ਸ਼ਾਇਦ ਇਸ ਨੂੰ ਸਭ ਤੋਂ ਵੱਧ ਯਾਦ ਆ ਰਿਹਾ ਹੈ। ਤੈਨੂੰ ਕਿਵੇਂ ਪਤਾ ਹੈ? ਨਾ ਮਿਲਣ ਲਈ ਕਸਮ ਜੋ ਖਾਣੀ ਪੈ ਰਹੀ ਹੈ। ਕਣੀਆਂ ਹੋਰ ਤੇਜ਼ ਹੋ ਗਈਆਂ। ਡੰਡੀ ਡੰਡੀ ਜਾ ਰਹੀ ਉਸ ਬੰਦੇ ਨੇ ਮੋਢੇ ਛੱਡੇ, ਚੁਟਕੀਆਂ ਵਜਾਈਆਂ, ਬੱਦਲਾਂ ਵੱਲ ਕਾਫਲਾ
ਬੱਦਲਾਂ ਵੱਲ ਬਾਖਫਾ ਵਾਂਗ ਵੇਖਿਆ ਤੇ ਸਾਰੇ ਆਪੇ ਨਾਲ ਗਾਇਆ। ਮੈਨੇ ਤੁਮਕੋ ਨਾ ਮਿਲਨੇ ਕੀ ਕਸਮ ਖਾਈ ਹੈ। ਸਾਹਮਣੇ ਪਿੰਡ ਚਿੱਠੀਆਂ ਦੇ ਕੇ ਮੁੜੇ ਆਉਂਦੇ ਡਾਕੀਏ ਨੇ ਉਸ ਨੂੰ ਪਹਿਚਾਣ ਲਿਆ ਤੇ ਸਾਈਕਲ ਹੌਲੀ ਕਰ ਲਿਆ। ਮੀਂਹ ਆ ਰਿਹਾ ਹੈ ਕਹੇ ਤਾਂ ਮੈਂ ਸਾਈਕਲ ਤੇ ਛੱਡ ਆਉਂਦਾ ਹਾਂ, ਜਾਣਾ ਕਿੱਥੇ ਹੈ। ਡਾਕੀਏ ਨੇ ਆਪਣੇ ਨੱਕ ਉੱਤੇ ਐਨਕ ਠੀਕ ਕਰਦਿਆਂ ਇੱਕ ਪੈਰ ਧਰਤੀ ਉੱਤੇ ਲਾ ਕੇ ਸਾਈਕਲ ਰੋਕਦਿਆਂ ਕਿਹਾ। ਕਹਿੰਦੇ ਜੋ ਬੰਦਾ ਇਸ ਬਾਰਿਸ਼ ਨੂੰ ਮਾਣਦਾ ਹੋਇਆ ਨੰਗੇ ਪੈਰੀ ਤੁਰਿਆ ਆ ਰਿਹਾ ਸੀ ਤੇ ਕੁਝ ਲਾਈਨਾਂ ਗੁਣਗੁਣਾ ਰਿਹਾ ਸੀ। ਕਹਿੰਦੇ ਇਹਦੇ ਕਰਕੇ ਕਹਿੰਦਾ ਕੀ ਆ, ਮੀਂਹ ਜ਼ਿਆਦਾ ਤੇਜ਼ ਹੋ ਗਿਆ। ਕਹਿੰਦੇ ਸਾਹਮਣੋਂ ਇੱਕ ਬੰਦਾ ਮਤਲਬ ਕਿ ਡਾਕੀਆ ਜੋ ਸੀਗਾ ਸਾਈਕਲ ਤੇ ਆ ਰਿਹਾ ਸੀ। ਕਹਿੰਦੇ ਇਸ ਬੰਦੇ ਨੂੰ ਪਹਿਚਾਣ ਲਿਆ ਤੇ ਇਹਨੂੰ ਦੇਖ ਕੇ ਫਿਰ ਉਹਨੇ ਕਿਹਾ ਕਿ ਤੁਸੀਂ ਕਿੱਥੇ ਜਾਣਾ ਹੈ, ਮੈਨੂੰ ਦੱਸੋ, ਮੈਂ ਤੁਹਾਨੂੰ ਉਸ ਜਗ੍ਹਾ ਤੇ ਛੱਡ ਆਉਂਦਾ ਹਾਂ। ਜਾਣਾ ਜੋਣਾ ਤਾਂ ਕਿਤੇ ਹੀ ਨਹੀਂ, ਉਸਨੇ ਆਪਣੀ ਚੱਲ ਬਿਨਾਂ ਹੌਲੀ ਕੀਤਿਆਂ ਕੋਲੋਂ ਲੰਘਦੇ ਕਿਹਾ। ਮੀਂਹ ਤਾਂ ਆ ਰਿਹਾ ਹੈ, ਕੱਪੜੇ ਭਿੱਜ ਜਾਣਗੇ। ਇਹ ਗੱਲ ਬਹੁਤੀ ਉਸ ਦੀ ਥਾਂ ਸ਼ਾਇਦ ਡਾਕੀਏ ਨੇ ਆਪਣੇ ਘਸੇ ਮੈਲੇ ਖਾਕੀ ਕੱਪੜਿਆਂ ਦਾ ਧਿਆਨ ਧਰ ਕੇ ਰੱਖੀ। ਤੁਸੀਂ ਚਲੋ ਮੀਂਹ ਤੋਂ ਪਹਿਲਾਂ ਪਹਿਲਾਂ ਟਿਕਾਣੇ ਪਹੁੰਚੋ, ਖਚਰੀ ਜਿਹੀ ਹਾਸੀ ਹੱਸਦੇ ਉਸ ਬੰਦੇ ਨੇ ਡਾਕੀਏ ਨੂੰ ਕਹੀ। ਠੀਕ ਹੈ, ਡਾਕੀਏ ਨੇ ਆਪਣੇ ਤੇ ਲਾ ਕੇ ਕਿਹਾ ਵੀ ਜਿੱਦਾਂ ਮੇਰੇ ਵਰਦੀ ਆ, ਕੱਪੜੇ ਤੇਰੇ ਵੀ ਭਿੱਜ ਜਾਣਗੇ, ਵੀ ਮੈਂ ਤੈਨੂੰ ਛੱਡ ਆਉਂਦਾ ਆ। ਤਾਂ ਪਰ ਉਸ ਬੰਦੇ ਨੇ ਕਿਹਾ ਝੂਠਾ ਜਿਹਾ ਹੱਸਦੇ ਕਿਹਾ ਕਿ ਤੁਸੀਂ ਚਲੋ ਜਿੱਥੇ ਜਾਣਾ ਹੈ। ਕਾਲੀ ਕਾਲੀ ਪੈਂਡਲ ਮਾਰਦਾ ਡਾਕੀਆ ਸੋਚ ਰਿਹਾ ਸੀ, ਇਸ ਵਿੱਚ ਹੱਸਣ ਵਾਲੀ ਭਲਾ ਕਿਹੜੀ ਗੱਲ ਹੈ। ਮੈਂ ਤਾਂ ਅਕਲ ਦੀ ਗੱਲ ਹੀ ਆਖੀ ਸੀ। ਪਿੰਡ ਤੋਂ ਦੂਰ ਮੜੀਆਂ ਵਾਲੇ ਟੋਬੇ ਵੱਲ ਉਹ ਬੰਦਾ ਮੁੜ ਪਿਆ। ਕਿਉਂ ਚਿੜੀ ਬਣੇ ਰੱਬ ਨੇ ਬਹਾਰ ਨੂੰ ਪੁੱਛਿਆ। ਖਬਰੇ ਸੋਚਦਾ ਹੋਵੇਗਾ ਕਿ ਸ਼ਾਇਦ ਮਰਨ ਵਾਲਿਆਂ ਵਿੱਚੋਂ ਕੋਈ ਜਿਉਂਦਾ ਬੰਦਾ ਹੀ ਹੋਵੇ। ਚਿੜੀ ਬਣਿਆ ਰੱਬ ਹੱਸ ਪਿਆ। ਇੱਥੇ ਬੰਦਿਆਂ ਨੂੰ ਮਰ ਕੇ ਹੀ ਪਤਾ ਲੱਗਦਾ ਹੈ ਕਿ ਉਹ ਜਿਉਂਦੇ ਵੀ ਹਨ, ਰੱਬ ਨੇ ਹੈਰਾਨ ਹੋ ਕੇ ਪੁੱਛਿਆ। ਉਹ ਬੰਦਾ ਟੋਬੇ ਦੇ ਕੰਢੇ ਉੱਤੇ ਪਹੁੰਚ ਗਿਆ। ਟੋਬੇ ਵਿੱਚ ਪੰਬੂਲ ਖਿੜੇ ਹੋਏ ਸਨ। ਰੱਬ ਨੇ ਕਿਹਾ ਕਿ ਇਸ ਧਰਤੀ ਤੇ ਕਈ ਏਦਾਂ ਦੇ ਵੀ ਹੁੰਦੇ ਨੇ ਕਿ ਉਹਨਾਂ ਨੂੰ ਮਰ ਕੇ ਪਤਾ ਲੱਗਦਾ ਕਿ ਮੈਂ ਮਰ ਗਿਆ, ਕਿਉਂਕਿ ਸਾਰੇ ਇੰਨੇ ਆਪਣੇ ਕੰਮਾਂ ਕਾਰਾਂ ਵਿੱਚ ਬਿਜ਼ੀ ਨੇ, ਕੋਈ ਰੁੱਤਾਂ ਨਹੀਂ ਮਾਣ ਰਿਹਾ, ਸਿਰਫ ਉਹਨਾਂ ਨੂੰ ਆਪਣੇ ਕੰਮਾਂ ਕਾਰਾਂ ਤੱਕ ਮਤਲਬ ਆ, ਕੋਈ ਬਾਰਿਸ਼ ਨੂੰ ਦਾ ਆਨੰਦ ਨਹੀਂ ਲੈ ਰਿਹਾ। ਕਹਿੰਦੇ ਕਿ ਇੱਕ ਇਸ ਤਰ੍ਹਾਂ ਦਾ ਇਨਸਾਨ ਸੀ ਜੋ ਕਿ ਉਸ ਬਾਰਿਸ਼ ਦਾ ਆਨੰਦ ਲੈ ਰਿਹਾ ਸੀ। ਕਹਿੰਦੇ ਕਿੰਨਾ ਹੀ ਕੁਝ ਉਸ ਬੰਦੇ ਦੇ ਮਨ ਵਿੱਚ ਖਿੜ ਗਿਆ ਸੀ। ਉਸ ਨੇ ਲਰਜ਼ਾ ਕੇ ਆਪਣੇ ਧੁਰ ਅੰਦਰਲੇ ਬੋਲਾਂ ਰਾਹੀਂ ਗਾਇਆ। ਮੈਨੇ ਤੁਮਕੋ ਨਾ ਮਿਲਨੇ ਕੀ ਕਸਮ ਖਾਈ ਹੈ। ਟੋਬੇ ਵਿੱਚ ਬੰਗਲੇ ਚੁਹਲ ਕਦਮੀ ਕਰਦੇ ਫਿਰ ਰਹੇ ਸਨ, ਕੁਝ ਬੋਲ ਵੀ ਰਹੇ ਸਨ। ਉਸ ਨੂੰ ਲੱਗਿਆ ਕਹਿੰਦੇ ਹਨ ਚੰਗਾ ਚੰਗਾ। ਦੇਖੋ ਉਹ ਜਿਹੜੇ ਪੰਛੀ ਸੀਗੇ ਉਹਨਾਂ ਦੀ ਆਵਾਜ਼ ਨੂੰ, ਉਹਨਾਂ ਦੇ ਬੋਲਾਂ ਨੂੰ ਵੀ ਸਮਝ ਰਿਹਾ ਸੀ ਉਹ ਇਨਸਾਨ। ਟੋਬੇ ਦੇ ਕਸਮੈਲੇ ਪਾਣੀ ਵਿੱਚ ਡਿੱਗਦੀਆਂ ਕਣੀਆਂ ਨਾਲ ਪਾਣੀ ਦੇ ਜਿਵੇਂ ਕੁਤਕਤਾਈਆਂ ਨਿਕਲ ਰਹੀਆਂ ਹਨ, ਉਹ ਇਹ ਵੀ ਮਹਿਸੂਸ ਕਰ ਰਿਹਾ ਸੀ ਕਿ ਪਾਣੀ ਦੀਆਂ ਬੂੰਦਾਂ ਕਿਸ ਵਿੱਚ ਪਾਣੀ ਦੇ ਵਿੱਚ ਆ ਕੇ ਡਿੱਗਦੀਆਂ ਹਨ ਅਤੇ ਉਹ ਜਿਹੜੇ ਪੰਛੀ ਨੇ ਉਹ ਕਿੰਨੇ ਖੁਸ਼ ਹੋ ਰਹੇ ਹਨ। ਫਿਰ ਉਸ ਬੰਦੇ ਨੇ ਕੰਢੇ ਉੱਤੇ ਬੈਠ ਕੇ ਟੋਬੇ ਦੀ ਚੀਕਣੀ ਕਾਲੀ ਮਿੱਟੀ ਆਪਣੇ ਹੱਥਾਂ ਨੂੰ ਮਲ ਲਈ। ਫਿਰ ਉਸ ਫਿਰ ਉਹ ਹੱਥਾਂ ਨੂੰ ਹਿਲਾ ਕੇ ਹੱਥਾਂ ਦਾ ਪਰਛਾਵਾਂ ਪਾਣੀ ਵਿੱਚ ਵੇਖਦਾ ਰਿਹਾ, ਜਿਵੇਂ ਹੈਰਾਨ ਹੋ ਰਿਹਾ ਹੋਵੇ ਕਿ ਮਿੱਟੀ ਦੇ ਬਣੇ ਹੋਏ ਹੱਥ ਕਿੰਜ ਨ੍ਰਿਤ ਕਰ ਰਹੇ ਹਨ। ਭਾਵ ਮਿੱਟੀ ਦੇ ਬਣੇ ਹੋਏ ਜਿਹੜੇ ਹੱਥ ਨੇ ਉਹ ਕਿਸ ਤਰ੍ਹਾਂ ਨੱਚ ਰਹੇ ਹਨ। ਕਹਿੰਦੇ ਜਿਵੇਂ ਸੱਚੀ ਮੁੱਚੀ ਦੇ ਹੋਣ। ਜਿਵੇਂ ਸੱਚੀ ਮੁੱਚੀ ਦੇ ਹੋਣ ਤੇ ਇਹਨਾਂ ਹੱਥਾਂ ਦੀ ਇੰਨ ਬਿੰਨ ਨਕਲ ਪਾਣੀ ਵਿੱਚ ਦਿਸਦਾ ਇਹਨਾਂ ਦਾ ਪਰਛਾਵਾਂ ਕਰ ਰਿਹਾ ਸੀ। ਉਹ ਉਸ ਨੂੰ ਇਹ ਕੋਈ ਬਹੁਤ ਹੀ ਬੜੀ ਕਰਾਮਾਤ ਲੱਗਦੀ ਸੀ। ਕਹਿੰਦੇ ਉਹ ਜਿਹੜਾ ਉਹਨਾਂ ਨੇ ਪਰਛਾਵਾਂ ਬਣਾਇਆ ਸੀ ਪਾਣੀ ਦੇ ਵਿੱਚ, ਉਹ ਪਰਛਾਵਾਂ ਉਸ ਨੂੰ ਉਵੇਂ ਦਾ ਹੀ ਲੱਗਦਾ ਸੀ। ਕਹਿੰਦੇ ਉਹ ਇਹ ਪਰਛਾਵਾਂ ਉਸ ਨੂੰ ਬਹੁਤ ਹੀ ਲੱਗਿਆ, ਵਧੀਆ ਲੱਗਿਆ ਉਸ ਬੰਦੇ ਨੂੰ। ਫਿਰ ਉਸਨੇ ਪਾਣੀ ਨਾਲ ਉੱਜੜ ਭਰ ਕੇ ਪੰਬੂਲਾਂ ਉੱਤੇ
ਸੁੱਟਿਆ, ਉਹ ਨੱਚ ਉੱਠੇ ਤੇ ਗਾਣ ਲੱਗ ਪਿਆ। ਸੂਹਾਂ ਦੀ ਜਿੰਦ ਮੇਰੀ, ਬੱਦਲਾਂ ਦੀ ਜਿੰਦ ਮਰੀ, ਪੰਛੀਆਂ ਦੀ ਜਿੰਦ ਮੇਰੀ, ਪੱਤਿਆਂ ਦੀ ਜਿੰਦ ਮੇਰੀ, ਪੌਣਾ ਦੀ ਜਿੰਦ ਮੇਰੀ, ਮੈਨੇ ਤੁਮਕੋ ਨਾ ਮਿਲਨੇ ਕੀ ਕਸਮ ਖਾਈ। ਕਹਿੰਦਾ ਮੇਰੀ ਜਿਹੜੀ ਜਿੰਦ ਆ, ਮੇਰੀ ਜਾਨ ਆ, ਕਹਿੰਦੇ ਉਹ ਕੀ ਆ, ਬੱਦਲਾਂ ਦੀ ਆ, ਪੰਛੀਆਂ ਦੀਆਂ, ਪੱਤਿਆਂ ਦੀਆਂ, ਪੌਣਾ ਦੀਆਂ, ਜਿਹੜੀਆਂ ਬਹਾਰਾਂ ਆ ਰਹੀਆਂ ਨੇ, ਉਹ ਹਰ ਇੱਕ ਚੀਜ਼ ਨੂੰ ਕੁਦਰਤ ਨੇ ਜੋ ਬਹੁਤ ਸੋਹਣੇ ਤਰੀਕੇ ਨਾਲ ਬਣਾਈ ਆ, ਉਹਨੂੰ ਕੀ ਕਰ ਰਿਹਾ ਸੀ, ਮਾਣ ਰਿਹਾ ਸੀ। ਫਿਰ ਉਸਨੇ ਹੱਥ ਧੋ ਲਏ, ਟੋਭੇ ਕੰਢੇ ਖੜੇ ਬਰੋਟੇ ਨਾਲ ਅੱਖਾਂ ਹੀ ਅੱਖਾਂ ਰਾਹੀਂ ਗੱਲ ਕੀਤੀ। ਕਹਿੰਦੇ ਫਿਰ ਉਹ ਟੋਭੇ ਦੇ ਨਾਲ ਇੱਕ ਬਰੋਟਾ ਬਹੁਤ ਬੜਾ ਖੜਾ ਸੀ। ਬੇਸ਼ੱਕ ਬਰੋਟੇ ਬੇਜਾਨ ਹੁੰਦੇ ਨੇ, ਪਰ ਉਹ ਸਭ ਕੁਝ ਸਮਝਦੇ ਨੇ। ਉਹ ਇਨਸਾਨ ਉਸ ਬਰਸਾਤ ਦੇ ਰੁੱਤ ਵਿੱਚ ਕੀ ਕਰ ਰਿਹਾ ਸੀ, ਉਸ ਨਾਲ ਵੀ ਗੱਲਾਂ ਕਰ ਰਿਹਾ ਸੀ। ਤੇਜ਼ ਹਵਾ ਵਿੱਚ ਬਰੋਟੇ ਦੇ ਪੱਤੇ ਅੱਗੜ ਪਿਛੜ ਖੜ ਕਰ ਰਹੇ ਸਨ, ਭੱਜੇ ਜਾ ਰਹੇ ਸਨ। ਚਿੜੀ ਬਣੇ ਬਰੋਟੇ ਉੱਤੇ ਬੈਠੇ ਰੱਬ ਵੱਲ ਤੱਕ ਕੇ ਉਸ ਬੰਦੇ ਨੇ ਸੀਟੀ ਮਾਰੀ। ਚਿੜੀ ਬਣੇ ਰੱਬ ਨੇ ਕੋਲ ਖੜੋਤੀ ਬਹਾਰ ਕੀਆ ਸ਼ਰਮਾ ਗਈ। ਰੱਬ ਹੱਸ ਪਿਆ ਤੇ ਬੋਲਿਆ, ਉਹਨਾਂ ਸਾਰਿਆਂ ਲਈ ਨਾ ਸਹੀ, ਅਜਿਹੇ ਇੱਕ ਲਈ ਹੀ ਰੁੱਤਾਂ ਆਉਂਦੀਆਂ ਰਹਿਣਗੀਆਂ। ਬੱਦਲ ਵਰਦੇ ਰਹਿਣਗੇ, ਫੁੱਲ ਖਿੜਦੇ ਰਹਿਣਗੇ ਤੇ ਸੂਰਜ ਚੜ੍ਹਦੇ ਰਹਿਣਗੇ। ਜਿਹੜਾ ਗਾ ਰਿਹਾ ਸੀ, ਮੈਨੇ ਤੁਮਕੋ ਨਾ ਮਿਲਨੇ ਕੀ ਕਸਮ ਖਾਈ ਹੈ, ਬਹਾਰ ਨੇ ਜਿਵੇਂ ਆਗਿਆ ਆਖ ਫਿਰ ਨਿਵਾ ਲਿਆ। ਚਿੜੀ ਬਣਿਆ ਰੱਬ ਸੋਚ ਰਿਹਾ ਸੀ, ਉਹ ਉੱਪਰ ਸਵਰਗ ਵੱਲ ਜਾਵੇ ਜਾਂ ਕਿ ਨਾ। ਠੀਕ ਹੈ। ਫਿਰ ਬੱਚਿਓ ਕੀ ਹੋਇਆ, ਉਹ ਜਿਹੜਾ ਚਿੜੀ ਬਣਿਆ ਹੋਇਆ ਰੱਬ ਸੀ, ਉਹ ਬਰੋਟੇ ਉੱਪਰ ਬੈਠਾ ਸੀ। ਇਸ ਇਨਸਾਨ ਨੇ ਬੜੇ ਮਸਤ ਤਰੀਕੇ ਨਾਲ ਕੀ ਕੀਤਾ, ਉਸ ਨੂੰ ਦੇਖ ਕੇ ਸੀਟੀ ਮਾਰੀ। ਰੱਬ ਕੀ ਆ, ਹੱਸ ਪਿਆ। ਕਹਿੰਦੇ ਰੱਬ ਹੱਸ ਪਿਆ ਅਤੇ ਉਹਨੇ ਬੋਲਿਆ, ਕਹਿੰਦੇ ਉਹਨਾਂ ਸਾਰਿਆਂ ਲਈ ਨਾ ਸਹੀ, ਕਹਿੰਦੇ ਉਹਨਾਂ ਬੇਪਰਵਾਹ ਲੋਕਾਂ ਲਈ ਬੇਸ਼ੱਕ ਨਾ ਸਹੀ, ਪਰ ਅਜਿਹੇ ਇੱਕ ਇਨਸਾਨ ਵਾਸਤੇ ਜੋ ਕੁਦਰਤ ਦੇ ਨਜ਼ਾਰਿਆਂ ਨੂੰ ਮਾਣ ਰਿਹਾ ਹੈ, ਉਸ ਕਰਕੇ ਕੀ ਹੈ, ਇਸ ਧਰਤੀ ਤੇ ਰੁੱਤਾਂ ਆਉਂਦੀਆਂ ਰਹਿਣਗੀਆਂ। ਬੱਦਲ ਕੀ ਨੇ ਵਰਦੇ ਰਹਿਣਗੇ, ਫੁੱਲ ਕੀ ਨੇ ਖਿੜਦੇ ਰਹਿਣਗੇ, ਬਹਾਰਾਂ ਆਉਂਦੀਆਂ ਰਹਿਣਗੀਆਂ, ਸੂਰਜ ਚੜ੍ਹਦੇ ਰਹਿਣਗੇ। ਕਹਿੰਦਾ ਜਿਹੜਾ ਗਾ ਰਿਹਾ ਸੀ, ਮੈਨੇ ਤੁਮਕੋ ਨਾ ਮਿਲਨੇ ਕੀ ਕਸਮ ਕਹਾਈ ਹੈ, ਕਹਿੰਦਾ ਫਿਰ ਬਹਾਰ ਨੇ ਜਿਵੇਂ ਆਗਿਆ ਕਿਹਾ ਵੀ ਹਾਂ ਰੱਬ ਜਿੱਦਾਂ ਤੁਸੀਂ ਚਾਹੁੰਦੇ ਹੋ, ਆਖ ਕੀ ਆਪਣਾ ਸਿਰ ਨੀਵਾਂ ਕਰ ਲਿਆ, ਭਾਵ ਪ੍ਰਮਾਤਮਾ ਦਾ ਕਹਿਣਾ ਮੰਨ ਲਿਆ। ਚਿੜੀ ਬਣਿਆ ਰੱਬ ਸੋਚ ਰਿਹਾ ਸੀ ਕਿ ਉੱਪਰ ਸਵਰਗ ਜਾਇਆ ਜਾਵੇ ਕਿ ਨਾ। ਹੁਣ ਪ੍ਰਮਾਤਮਾ ਵੀ ਸੋਚ ਰਿਹਾ ਸੀ ਕਿ ਇੱਥੇ ਸਭ ਕੁਝ ਕੁਦਰਤੀ ਨਜ਼ਾਰੇ ਨੇ ਵਧੀਆ ਹਨ ਕਿ ਮੈਂ ਹੁਣ ਸਵਰਗ ਵਿੱਚ ਜਾਵਾਂ ਜਾਂ ਨਾ ਜਾਵਾਂ। ਬੱਚੋ ਇਹ ਕਹਾਣੀ ਤੁਹਾਨੂੰ ਮੈਨੂੰ ਉਮੀਦ ਆ ਕਿ ਬਹੁਤ ਵਧੀਆ ਲੱਗੀ ਹੋਏਗੀ। ਤੁਸੀਂ ਇਸ ਕਹਾਣੀ ਤੋਂ ਬਹੁਤ ਸਾਰੀ ਸਿੱਖਿਆ ਵੀ ਪ੍ਰਾਪਤ ਕੀਤੀ ਹੋਏਗੀ। ਤੁਹਾਨੂੰ ਪਤਾ ਹੈ ਕਿ ਤੁਹਾਨੂੰ ਫਸਟ ਅਸਾਈਨਮੈਂਟ ਇਸ ਲੈਸਨ ਦੀ ਦਿੱਤੀ ਗਈ। ਆਓ ਆਪਾਂ ਹੁਣ ਉਹਨਾਂ ਪ੍ਰਸ਼ਨ ਉੱਤਰ ਨੂੰ ਇੱਕ ਵਾਰ ਚੰਗੀ ਤਰ੍ਹਾਂ ਪੜ੍ਹਦੇ ਹਾਂ। ਫਸਟ ਹੈ, ਰਾਮ ਜੀ ਧਰਤੀ ਉੱਤੇ ਸਾਡੀ ਲੋੜ ਨਹੀਂ, ਸਾਨੂੰ ਪਰਤਾਉਣ ਦੀ ਆਗਿਆ ਦਿਓ। ਰਾਮ ਜੀ ਸ਼ਬਦ ਕਿਸ ਲਈ ਵਰਤਿਆ ਗਿਆ ਹੈ? ਇਹ ਕਹਾਣੀ ਵਿੱਚ ਰਾਮ ਜੀ ਸ਼ਬਦ ਕਿਹਦੇ ਲਈ ਵਰਤਿਆ ਗਿਆ? ਰੱਬ ਲਈ ਵਰਤਿਆ ਗਿਆ। ਧਰਤੀ ਤੇ ਕਿਸ ਦੀ ਲੋੜ ਨਹੀਂ ਹੈ? ਰੁੱਤਾਂ ਨੇ ਕਿਹਾ ਰਾਮ ਜੀ ਧਰਤੀ ਉੱਤੇ ਸਾਡੀ ਕੋਈ ਲੋੜ ਨਹੀਂ, ਸਾਨੂੰ ਕੀ ਆ ਵਾਪਸ ਆਉਣ ਦੀ, ਭਾਵ ਪਰਤਾਉਣ ਦੀ ਕੀ ਦਿਓ, ਆਗਿਆ ਦਿਓ। ਧਰਤੀ ਤੇ ਵਾਪਸ ਕੌਣ ਆਉਣਾ ਚਾਹੁੰਦਾ ਸੀ ਅਤੇ ਕਿਉਂ? ਧਰਤੀ ਤੇ ਵਾਪਸ ਰੱਬ ਆਉਣਾ ਚਾਹੁੰਦਾ ਸੀ ਕਿਉਂਕਿ ਰੱਬ ਨੇ ਦੇਖਿਆ ਸੀ ਕਿ ਇਸ ਧਰਤੀ ਤੇ ਨੱਚਦੇ ਮੋਰਾਂ, ਸੈਨਤਾ ਮਾਰਦੇ ਫੁੱਲਾਂ ਤੇ ਗਾਉਂਦੇ ਪੰਛੀਆਂ ਨੂੰ ਕੀ ਆ ਉਹਨੇ ਦੇਖਿਆ ਸੀ, ਤਾਂ ਕਰਕੇ ਉਹ ਚਾਹੁੰਦਾ ਸੀ ਕਿ ਮੈਂ ਸਵਰਗ ਤੇ ਜਾਵਾਂ ਜਾਂ ਨਾ ਜਾਵਾਂ। ਠੀਕ ਹੈ। ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ? ਇਹ ਸ਼ਬਦ ਰੁੱਤਾਂ ਨੇ ਉਦਾਸ ਹੋ ਕੇ ਰੱਬ ਭਾਵ ਰਾਮ ਜੀ ਨੂੰ ਕਹੇ ਸਨ। ਮੀਂਹ ਆ ਰਿਹਾ ਹੈ ਕਹੇ ਤਾਂ ਮੈਂ ਸਾਈਕਲ ਉੱਤੇ ਛੱਡ ਆਉਂਦਾ ਹਾਂ, ਜਾਣਾ ਕਿੱਥੇ ਹੈ? ਡਾਕੀਏ ਨੇ ਆਪਣੇ ਨੱਕ ਉੱਤੇ ਐਨਕ ਠੀਕ ਕਰਦਿਆਂ ਇੱਕ ਪੈਰ ਧਰਤੀ ਉੱਤੇ ਲਾ ਕੇ ਸਾਈਕਲ ਰੋਕਦੇ ਕਿਹਾ। ਫਸਟ ਹੈ, ਸਾਈਕਲ ਤੇ ਕੌਣ ਕਿਸ ਨੂੰ ਛੱਡ ਆਉਣ ਲਈ ਕਹਿ ਰਿਹਾ ਸੀ? ਸਾਈਕਲ ਤੇ ਡਾਕੀਏ ਨੇ ਇੱਕ ਤੁਰੇ ਆ ਰਹੇ ਬੰਦੇ ਨੂੰ ਕਿਹਾ ਕਿ ਤੂੰ ਕਿੱਥੇ ਜਾਣਾ ਹੈ, ਮੈਂ ਤੈਨੂੰ ਸਾਈਕਲ ਤੇ ਉੱਥੇ ਕੀ ਆ ਛੱਡ ਆਉਂਦਾ ਹਾਂ। ਉਹ ਬੰਦਾ ਕੀ ਕਰ ਰਿਹਾ ਸੀ? ਡਿੱਗੀ ਟੇਢੀ ਡੰਡੀ ਉੱਤੇ ਖੁੱਲੇ ਖੇਤਾਂ ਦੇ ਵਿਚਕਾਰ ਉਹ ਬੰਦਾ ਗਾਉਂਦਾ ਤੁਰਿਆ ਆ ਰਿਹਾ ਸੀ, ਮੈਨੇ ਤੁਮਕੋ ਨਾ ਮਿਲਨੇ ਕੀ ਕਸਮ ਖਾਈ ਹੈ। ਡਾਕੀਏ ਨੇ ਬੰਦੇ ਤੋਂ ਕੀ ਪੁੱਛਿਆ? ਮੀਂਹ ਆ ਰਿਹਾ ਕਹੇ ਤਾਂ ਮੈਂ ਸਾਈਕਲ ਤੇ ਛੱਡ ਆਉਂਦਾ ਹਾਂ, ਜਾਣਾ ਕਿੱਥੇ ਹੈ? ਡਾਕੀਏ ਨੇ ਆਪਣੀ ਨੱਕ ਉੱਤੇ ਐਨਕ ਠੀਕ ਕਰਦਿਆਂ ਇੱਕ ਪੈਰ ਧਰਤੀ ਤੇ ਲਾ ਕੇ ਸਾਈਕਲ ਰੋਕਦਿਆਂ ਉਸ ਬੰਦੇ ਨੂੰ ਪੁੱਛਿਆ। ਡਾਕੀਆ ਬੰਦੇ ਨੂੰ ਉਸ ਦੇ ਘਰ ਕਿਉਂ ਛੱਡਣ ਆਉਣਾ ਚਾਹ ਰਿਹਾ ਸੀ? ਕਿਉਂਕਿ ਮੀਂਹ ਆ ਰਿਹਾ ਸੀ ਅਤੇ ਕਣੀਆਂ ਤੇਜ਼ ਹੋ ਰਹੀਆਂ ਸਨ। ਡਾਕੀ ਨੇ ਕਿਹਾ ਕਿ ਤੇਰੇ ਕੱਪੜੇ ਭਿੱਜ ਜਾਣਗੇ, ਇਸ ਲਈ ਡਾਕੀਆ ਉਸ ਬੰਦੇ ਨੂੰ ਉਸ ਦੇ ਘਰ ਕੀ ਆ ਛੱਡ ਆਉਣਾ ਚਾਹੁੰਦਾ ਸੀ ਤੇ ਉਸ ਦੀ ਹੈਲਪ ਕਰਨ ਚਾਹੁੰਦਾ ਸੀ। ਉਹਨਾਂ ਸਾਰਿਆਂ ਲਈ ਨਾ ਸੀ, ਅਜਿਹੇ ਇੱਕ ਲਈ ਹੀ ਰੁੱਤਾਂ ਆਉਂਦੀਆਂ ਰਹਿਣਗੀਆਂ, ਬੱਦਲ ਵਰਦੇ ਰਹਿਣਗੇ, ਫੁੱਲ ਖਿੜਦੇ ਰਹਿਣਗੇ ਅਤੇ ਸੂਰਜ ਚੜ੍ਹਦੇ ਰਹਿਣਗੇ। ਫਸਟ ਹੈ, ਰੱਬ ਕਿਹਨਾਂ ਲਈ ਰੁੱਤਾਂ ਨਹੀਂ ਵੀ ਆ ਸਕਦੀਆਂ? ਰੱਬ ਨੇ ਕਿਹਾ ਕਿ ਉਹਨਾਂ ਸਾਰਿਆਂ ਲਈ ਨਾ ਸਹੀ ਜੋ ਲੋਕ ਕੁਦਰਤ ਤੋਂ ਬੇਪਰਵਾਹ ਹਨ, ਪਰ ਇੱਕ ਅਜਿਹੇ ਆਦਮੀ ਲਈ ਰੁੱਤਾਂ ਆਉਂਦੀਆਂ ਰਹਿਣਗੀਆਂ ਅਤੇ ਬੱਦਲ ਵਰਦੇ ਰਹਿਣਗੇ ਜੋ ਕਿ ਇਸ ਕੁਦਰਤ ਦੇ ਨਜ਼ਾਰਿਆਂ ਨੂੰ ਕੀ ਆ ਬਖੂਬੀ
ਮਾਣ ਰਿਹਾ ਸੀ। ਕਿਹਨਾਂ ਲਈ ਰੁੱਤਾਂ ਧਰਤੀ ਤੇ ਆਉਂਦੀਆਂ ਰਹਿਣਗੀਆਂ? ਕਹਾਣੀ ਵਿੱਚ ਜੋ ਬੰਦਾ ਪੈਦਲ ਤੁਰਿਆ ਆ ਰਿਹਾ ਸੀ, ਅਜਿਹੇ ਇੱਕ ਬੰਦੇ ਲਈ ਰੁੱਤਾਂ ਆਉਂਦੀਆਂ ਰਹਿਣਗੀਆਂ, ਇਹ ਰੱਬ ਨੇ ਕਿਹਾ ਸੀ, ਕਿਉਂਕਿ ਜੋ ਕੁਦਰਤ ਦੇ ਨਜ਼ਾਰੇ ਤੇ ਬਹਾਰਾਂ ਨੂੰ ਬਹੁਤ ਹੀ ਮਾਣ ਰਿਹਾ ਸੀ। ਰੁੱਤਾਂ ਦੀ ਸਾਰਥਕਤਾ ਕਿਹਨਾਂ ਲਈ ਹੈ? ਰੁੱਤਾਂ ਦੀ ਸਾਰਥਕਤਾ ਉਹਨਾਂ ਇਕੱਲੇ ਬੰਦਿਆਂ ਵਰਗਿਆਂ ਲਈ ਹੈ ਜੋ ਧਰਤੀ ਤੇ ਖੁਸ਼ਨੁਮਾ ਮਾਹੌਲ ਨੂੰ ਮਾਣਦੇ ਹਨ, ਰੁੱਤਾਂ ਦਾ ਆਨੰਦ ਲੈਂਦੇ ਹਨ, ਕੁਦਰਤ ਨਾਲ ਪਿਆਰ ਕਰਦੇ ਹਨ, ਜੋ ਖਿੜੇ ਹੋਏ ਪੰਬੂਲਾਂ ਉੱਤੇ ਦੇਖਦੇ ਖਿੜਦੇ ਹਨ। ਧਰਤੀ ਨੇ ਅਜਿਹਾ ਕਿਸ ਨੂੰ ਦੇਖ ਕੇ ਕਿਹਾ ਸੀ ਕਿ ਰੁੱਤਾਂ ਧਰਤੀ ਤੇ ਆਉਂਦੀਆਂ ਹੀ ਰਹਿਣਗੀਆਂ? ਖੁੱਲੇ ਖੇਤਾਂ ਦੇ ਵਿਚਕਾਰ ਇੱਕ ਬੰਦਾ ਗਾਉਂਦਾ ਤੁਰਿਆ ਆ ਰਿਹਾ ਸੀ। ਰੱਬ ਨੇ ਉਸ ਨੂੰ ਵੇਖ ਕੇ ਕਿਹਾ ਕਿ ਰੁੱਤਾਂ ਧਰਤੀ ਤੇ ਆਉਂਦੀਆਂ ਰਹਿਣਗੀਆਂ, ਅਜਿਹੇ ਕਿਸੇ ਇੱਕ ਲਈ ਵੀ ਰੁੱਤਾਂ ਆਉਂਦੀਆਂ ਹੀ ਰਹਿਣਗੀਆਂ। ਇਹ ਧਰਤੀ ਤਾਂ ਬੜੀ ਸੋਹਣੀ ਹੈ, ਰੱਬ ਨੇ ਬਹਾਰ ਨੂੰ ਆਖਿਆ। ਇਹ ਸ਼ਬਦ ਕਿਸ ਕਹਾਣੀ ਵਿੱਚੋਂ ਲਏ ਗਏ ਹਨ ਅਤੇ ਕਿਸ ਦੁਆਰਾ ਲਿਖੀ ਗਈ ਹੈ? ਇਹ ਸ਼ਬਦ ਰੱਬ ਤੇ ਰੁੱਤਾਂ ਕਹਾਣੀ ਵਿੱਚੋਂ ਲਏ ਗਏ ਹਨ ਤੇ ਇਹ ਕਹਾਣੀ ਦਲੀਪ ਕੌਰ ਟਿਵਾਣਾ ਦੁਆਰਾ ਲਿਖੀ ਗਈ ਹੈ। ਰੱਬ ਧਰਤੀ ਤੇ ਕਿਉਂ ਆਇਆ ਸੀ? ਜਦੋਂ ਰੁੱਤਾਂ ਨੇ ਸ਼ਿਕਾਇਤ ਕੀਤੀ ਕਿ ਅੱਜ ਦਾ ਮਨੁੱਖ ਰੁੱਤਾਂ ਪ੍ਰਤੀ ਅਵੇਸਲਾ ਹੋ ਗਿਆ, ਭਾਵ ਬੇਪਰਵਾਹ ਹੋ ਗਿਆ ਹੈ, ਅਣਦੇਖਾ ਕਰ ਰਿਹਾ, ਉਹ ਰੁੱਤਾਂ ਦੀਆਂ ਸ਼ਰਾਰਤਾਂ ਤੋਂ ਬਚਣ ਲਈ ਖੋਲੇ ਕੰਦਰਾਂ, ਕੋਠੇ ਘਰ ਆਦਿ ਦਾ ਸਹਾਰਾ ਲੈਂਦਾ ਹੈ, ਮੀਂਹ ਹੜ੍ਹਾਂ ਤੋਂ ਬਚਣ ਲਈ ਦਰਿਆਵਾਂ ਤੇ ਬੰਨ੍ਹ ਮਾਰ ਲੈਂਦਾ ਹੈ, ਹਵਾ ਬੰਦ ਹੋਣ ਤੇ ਬਿਜਲੀ ਦੇ ਪੱਖੇ ਵਰਤਦਾ ਹੈ। ਇਸ ਲਈ ਰੱਬ ਰੁੱਤਾਂ ਦੁਆਰਾ ਕੀਤੀ ਮਨੁੱਖ ਦੀ ਸ਼ਿਕਾਇਤ ਦੀ ਜਾਂਚ ਪੜਤਾਲ ਕਰਨ ਲਈ ਕੀ ਕਰਦਾ ਹੈ? ਧਰਤੀ ਉੱਤੇ ਆਉਂਦਾ ਹੈ। ਰੱਬ ਨੂੰ ਧਰਤੀ ਦਾ ਮਾਹੌਲ ਕਿਹੋ ਜਿਹਾ ਲੱਗਿਆ? ਧਰਤੀ ਤੇ ਆ ਕੇ ਜਦੋਂ ਰੱਬ ਨੇ ਨੱਚਦੇ ਮੋਰ ਦਾ, ਸੈਂਤਾ ਮਾਰਦੇ ਫੁੱਲਾਂ ਤੇ ਗਾਉਂਦੇ ਪੰਛੀ ਨੂੰ ਵੇਖਿਆ ਤਾਂ ਉਸ ਨੂੰ ਧਰਤੀ ਦਾ ਮਾਹੌਲ ਬਹੁਤ ਹੀ ਵਧੀਆ ਲੱਗਿਆ। ਧਰਤੀ ਦਾ ਮਾਹੌਲ ਵੇਖ ਕੇ ਰੱਬ ਨੇ ਬਹਾਰ ਨੂੰ ਕੀ ਕਿਹਾ? ਧਰਤੀ ਦਾ ਖੁਸ਼ਨੁਮਾ ਮਾਹੌਲ ਵੇਖ ਕੇ ਰੱਬ ਨੇ ਬਹਾਰ ਨੂੰ ਕਿਹਾ ਕਿ ਇਹ ਧਰਤੀ ਤਾਂ ਬਹੁਤ ਸੋਹਣੀ ਹੈ, ਮੈਨੂੰ ਮਨੁੱਖੀ ਸੁਭਾਅ ਜਾਣਨ ਵਿੱਚ ਭੁੱਲ ਹੋਈ ਹੈ। ਬੱਚੋ, ਇਹ ਕਹਾਣੀ ਤੋਂ ਤੁਸੀਂ ਬਹੁਤ ਕੁਝ ਸਿੱਖਿਆ ਹੋਵੇਗਾ। ਕਿੰਨੀ ਦੇਖੋ ਇੰਟਰਸਟਿੰਗ ਕਹਾਣੀ ਆ। ਤੁਸੀਂ ਹੁਣ ਛੁੱਟੀਆਂ ਦੌਰਾਨ ਘਰ ਬਹਿ ਕੇ ਇਸ ਲੈਸਨ ਨੂੰ ਚੰਗੀ ਤਰ੍ਹਾਂ ਤਿਆਰ ਕਰਨਾ ਅਤੇ ਇਸ ਦੇ ਕੁਐਸਚਨ ਆਨਸਰ ਪੜ੍ਹਨੇ ਹਨ। ਥੈਂਕਸ, ਹੈਵ ਅ ਨਾਈਸ ਡੇ।